ਜਦੋਂ ਕੋਈ ਗੱਲ ਕਰਦਾ ਹੈ ਉਦੋਂ ਉਸ ਗੱਲ ਦਾ ਖਿਆਲ ਆਉਂਦਾ ਹੈ। ਤੋ ਖਿਆਲ ਮੈਂ ਅਕਸਰ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰ ਲੈਂਦਾ ਹਾਂ, ਕਿਉਂਕਿ ਉਹ ਖਿਆਲ ਮੇਰਾ ਨਹੀਂ ਹੈ। ਜਿਵੇਂ ਅੱਜ ਇੱਕ ਟੈਲੀਫੋਨ ਦੁਆਰਾ ਸ਼ਾਂਤ ਵੇਲੇ ਤੋਂ ਇੱਕ ਮਾਈ ਕਹਿ ਰਹੀ ਸੀ ਕਿ ਮੈਂ ਰਿਸ਼ਤੇਦਾਰਾਂ ਦੇ ਨਾਲ ਗੱਲ ਕਰਦੀ ਆ। ਇੱਕ ਗੱਲ ਖਿਆਲ ਵਿੱਚ ਆਈ ਜੋ ਅਕਸਰ ਸੰਸਾਰਿਕ ਲੋਕ ਕਰਦੇ ਹਨ ਕਿ ਮੈਂ ਬੋਰ ਹੋ ਗਿਆ ਜਾਂ ਮੈਂ ਬੋਰ ਹੋ ਗਈ, ਬੈਠੀ ਬੈਠੀ ਮੈਂ ਕੰਮ ਕਰਦਾ ਕਰਦਾ ਬੋਰ ਹੋ ਗਿਆ। ਅਤੇ ਅਜੋਕੇ ਸਮੇਂ 'ਚ ਇਹ ਸ਼ਬਦ ਆਮ ਸਧਾਰਨਤଃ ਲੋਕ ਵਰਤਦੇ ਹਨ। ਜਿਵੇਂ ਕਹਿੰਦੇ ਹਨ ਵੀ ਅੱਜ ਬੜੀ ਬੋਰਿੰਗ ਜਿਹੀ ਮਹਿਸੂਸ ਹੋ ਰਹੀ ਹੈ, ਚੰਗਾ ਚੰਗਾ ਨਹੀਂ ਲੱਗ ਰਿਹਾ, ਬੈਠੇ ਬੈਠੇ ਊਬ ਜਾਣਾ। ਜਾਂ ਪੰਜਾਬੀ ਦੇ ਵਿੱਚ ਇਹਦਾ ਪਰਿਆਇਵਾਚੀ ਸ਼ਬਦ ਹੈ ਅੱਕ ਗਿਆ, ਬੈਠਾ ਬੈਠਾ ਜਾਂ ਕੰਮ ਕਰਦਾ ਕਰਦਾ ਅੱਕ ਜਾਣਾ। ਇਹ ਇੱਕ ਮਾਨਸਿਕ ਬਿਮਾਰੀ ਹੈ ਅਤੇ ਇਹ ਮਾਨਸਿਕ ਬਿਮਾਰੀ ਜਿਹੜੀ ਹੈ ਨਾ, ਇਹ ਸਿਰਫ ਮਨੁੱਖ ਦੇ ਹੀ ਭਾਗਾਂ ਵਿੱਚ ਆਈ ਹੈ। ਨਾ ਇਹ ਜਾਨਵਰਾਂ ਦੇ ਕੋਲ ਹੈ, ਨਾ ਹੀ ਪੰਛੀਆਂ ਦੇ ਭਾਗਾਂ ਵਿੱਚ ਹੈ। ਕਦੀ ਪੰਛੀਆਂ ਨੂੰ ਤੁਸੀਂ ਬੋਰ ਹੁੰਦਿਆਂ ਦੇਖਿਆ ਹੈ? ਕਦੀ ਜਾਨਵਰਾਂ ਨੂੰ ਜੰਗਲ ਦੇ ਵਿੱਚ ਵੀ ਬੋਰ ਹੋ ਗਏ ਹੋਣ ਵੀ ਜੰਗਲ ਛੱਡ ਦੇਣ, ਤੁਹਾਡੇ ਸ਼ਹਿਰ 'ਚ ਆਣ ਕੇ ਵਸਣਾ ਸ਼ੁਰੂ ਕਰ ਦੇਣ? ਬੋਰ ਹੀ ਨਹੀਂ ਹੁੰਦੇ ਹਨ, ਇਸ ਕਰਕੇ ਸ਼ਹਿਰ ਨੂੰ ਆਉਂਦੇ ਹੀ ਨਹੀਂ। ਉਹ ਕੀ, ਬਲਕਿ ਜਿਹੜੇ ਪਸ਼ੂ ਪਾਲਤੂ ਵੀ ਰੱਖੇ ਹੋਏ ਹਨ ਲੋਕਾਂ ਨੇ, ਦੇਖੋ ਕਿੱਲਿਆਂ ਦੇ ਨਾਲ ਖੁੰਟਿਆਂ ਦੇ ਨਾਲ ਬੱਧੇ ਹੋਏ ਹਨ ਅਤੇ ਕਈ ਸਾਰੀ ਜ਼ਿੰਦਗੀ ਬੱਧੇ ਰਹਿੰਦੇ ਹਨ, ਤਾਂ ਵੀ ਨਹੀਂ ਉਹ ਅੱਕਦੇ ਹਨ ਬੱਧੇ ਬੱਧੇ। ਕਦੇ ਦੇਖਿਆ ਭੈਂਸ ਨੂੰ ਜਾਂ ਗਾਏ ਨੂੰ ਬੈਠੀ ਬੈਠੀ ਬੋਰ ਹੋ ਗਈ ਹੋਵੇ? ਹਾਂ, ਜਦੋਂ ਪਿਆਸ ਲੱਗਦੀ ਹੈ, ਭੁੱਖ ਲੱਗਦੀ ਹੈ, ਉਦੋਂ ਜ਼ਰੂਰ ਉਹ ਪਰੇਸ਼ਾਨ ਹੁੰਦੇ ਹਨ। ਪਰ ਮਨੁੱਖ ਭਾਵੇਂ ਰੱਜਿਆ ਹੋਵੇ, ਬਲਕਿ ਖਾਣ ਨੂੰ ਵੀ ਘਰੇ ਪਿਆ ਹੋਵੇ, ਤਾਂ ਵੀ ਘਰ ਬੈਠਾ ਬੈਠਾ ਬੋਰ ਹੁੰਦਾ ਰਹਿੰਦਾ ਹੈ। ਫਿਰ ਇਸੇ ਹੀ ਊਬ ਦੇ ਕਾਰਨ ਜਾਂ ਬੋਰਿੰਗ ਦੇ ਕਾਰਨ ਮਨੁੱਖ ਨੇ ਮਨੋਰੰਜਨ ਦੇ ਸਾਧਨ ਖੋਜੇ ਹਨ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਧਨੀ ਹੋਇਆ ਕਰਦੇ ਸਨ, ਰਾਜੇ ਹੋਇਆ ਕਰਦੇ ਸਨ, ਉਹ ਆਪਣੇ ਕੋਲ ਰੱਖਦੇ ਸਨ ਮਨੋਰੰਜਨ ਕਰਨ ਵਾਸਤੇ, ਇਸਤਰੀਆਂ ਨੂੰ ਨੱਚਣ ਵਾਸਤੇ, ਪੁਰਸ਼ਾਂ ਨੂੰ ਗਾਉਣ ਵਾਸਤੇ, ਤਾਂ ਕਿ ਉਹਨਾਂ ਦਾ ਰਾਤ ਨੂੰ ਸ਼ਾਮ ਨੂੰ ਮਨੋਰੰਜਨ ਹੋ ਸਕੇ। ਅਤੇ ਉਸ ਸਮੇਂ ਇਹ ਬਿਮਾਰੀ ਬਹੁਤ ਘੱਟ ਸੀ, ਕਿਉਂਕਿ ਇਹ ਬਿਮਾਰੀ ਜ਼ਿਆਦਾ ਅਮੀਰਾਂ ਨੂੰ ਹੁੰਦੀ ਹੈ ਜਾਂ ਰਾਜਨਾਇਕਾਂ ਨੂੰ ਹੁੰਦੀ ਹੈ। ਪਰ ਜਿਵੇਂ ਜਿਵੇਂ ਮਨੁੱਖ ਵਿਕਾਸ ਕਰ ਰਿਹਾ ਹੈ, ਉਵੇਂ ਉਵੇਂ ਹੀ ਇਹ ਬਿਮਾਰੀ ਵੱਧ ਰਹੀ ਹੈ। ਇਹਦਾ ਕਾਰਨ ਕੀ ਹੋ ਸਕਦਾ ਹੈ? ਕਾਰਨ ਇਹੋ ਹੀ ਹੈ ਵੀ ਜਿੰਨਾ ਮਨੁੱਖ ਦਾ ਮਨ ਵਿਕਸਿਤ ਹੁੰਦਾ ਹੈ, ਤੇਜ਼ ਹੁੰਦਾ ਹੈ, ਜ਼ਿਆਦਾ ਵਿਚਾਰਵਾਨ ਹੁੰਦਾ ਹੈ ਮਨੁੱਖ, ਜ਼ਿਆਦਾ ਸੋਚ ਦੇ ਵਿੱਚ ਸਮਰਥ ਹੁੰਦਾ ਜਾਂਦਾ ਹੈ, ਓਨਾ ਹੀ ਇਹਨੂੰ ਮਨੋਰੰਜਨ ਦੀ ਵੀ ਜ਼ਿਆਦਾ ਜ਼ਰੂਰਤ ਹੋ ਰਹੀ ਹੈ। ਜਿਵੇਂ ਮੈਂ ਕਿਹਾ ਹੈ ਵੀ ਜਾਨਵਰ ਹਨ ਜਾਂ ਪੰਛੀ ਹਨ, ਇਹਨਾਂ ਦਾ ਮਨ ਬਹੁਤਾ ਵਿਕਸਿਤ ਨਹੀਂ ਹੈ।
ਜਦੋਂ ਇਹ ਰੱਜੇ ਹੁੰਦੇ ਹਨ ਤੇ ਬਹੁਤਾ ਨਹੀਂ ਸੋਚਦੇ ਹਨ ਆਪਣੇ ਜੀਵਨ ਬਾਰੇ ਵੀ ਮੇਰਾ ਜੀਵਨ ਦਾ ਕੀ ਬਣੂਗਾ, ਬੱਚਿਆਂ ਦਾ ਕੀ ਬਣੂਗਾ, ਪਰਿਵਾਰ ਦਾ ਕੀ ਬਣੂਗਾ, ਘਰ ਦਾ ਕੀ ਬਣੂਗਾ ਜਾਂ ਸਮਾਜ ਦਾ ਕੀ ਬਣੂਗਾ। ਇਹ ਥੋੜ੍ਹੀ ਸੋਚਦੇ ਹਨ ਜਾਨਵਰ। ਫਿਰ ਧਰਮ ਦਾ ਕੀ ਬਣੂਗਾ। ਜਾਨਵਰ ਇੰਨੇ ਮੂਡ ਨਹੀਂ ਹਨ ਨਾ ਵੀ ਧਰਮ ਬਾਰੇ ਸੋਚਣ। ਤ੍ਰਿਪਤ ਹਨ, ਉਹ ਰੱਜ ਕੇ ਬੈਠੇ ਹੋਏ ਹਨ, ਭੁੱਖ ਪਿਆਸ ਨਹੀਂ ਹੈ ਅਤੇ ਉਹਨਾਂ ਨੂੰ ਕੋਈ ਚਿੰਤਾ ਨਹੀਂ। ਪਰ ਮਨੁੱਖ ਚਿੰਤਿਤ ਹੁੰਦਾ ਹੈ ਬੈਠਾ ਬੈਠਾ। ਫਿਰ ਜਿੰਨਾ ਵਿਚਾਰਕ ਹੁੰਦਾ ਹੈ ਉਨੀ ਜ਼ਿਆਦਾ ਚਿੰਤਾ ਵੱਧਦੀ। ਜਿਹੜੇ ਜ਼ਿਆਦਾ ਮੂੜ ਲੋਕ ਹਨ ਜਾਂ ਬਹੁਤਾ ਦਿਮਾਗ ਵਿਕਸਿਤ ਨਹੀਂ ਹੈ, ਮਨ ਵਿਕਸਿਤ ਨਹੀਂ ਹੈ, ਬਹੁਤੀ ਬੁੱਧੀ ਤੀਖਣ ਨਹੀਂ ਹੈ, ਉਹਨਾਂ ਨੂੰ ਇਹ ਥੋੜ੍ਹੀ ਜਿਹੀ ਬਿਮਾਰੀ ਘੱਟ ਹੋਵੇਗੀ। ਜਿੰਨਾ ਹੀ ਜ਼ਿਆਦਾ ਮਨ ਵਿਕਸਿਤ ਹੋਵੇਗਾ ਓਨੀ ਹੀ ਇਹ ਜ਼ਿਆਦਾ ਬਿਮਾਰੀ ਹੋਵੇਗੀ। ਅਕਸਰ ਤੁਸੀਂ ਕਹਿੰਦੇ ਸੁਣਿਆ ਹੈ ਨਾ ਵੀ ਰਾਜਨੀਤਿਕ ਜਿਹੜੇ ਹਨ ਉਹ ਅਤੇ ਜਾਂ ਜ਼ਿਆਦਾ ਜਿਹੜੇ ਧਨੀ ਹਨ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈ। ਰਾਤ ਨੂੰ ਉਹਨਾਂ ਨੂੰ ਕੋਈ ਨਸ਼ਾ ਕਰਨਾ ਪੈਂਦਾ ਹੈ ਜਾਂ ਕੋਈ ਮਨੋਰੰਜਨ ਕਰਨਾ ਪੈਂਦਾ ਹੈ ਤਾਂ ਕਿ ਉਹਨਾਂ ਦਾ ਮਨ ਥੋੜ੍ਹਾ ਜਿਹਾ ਇਹ ਪਰੇਸ਼ਾਨੀਆਂ ਤੋਂ ਮੁਕਤ ਹੋਵੇ। ਅਤੇ ਜਿੰਨਾ ਵਿਕਾਸ ਹੋ ਰਿਹਾ ਹੈ ਸੰਸਾਰ ਦੇ ਵਿੱਚ ਬਾਹਰ ਤੁਸੀਂ ਦੇਖਦੇ ਹੋ, ਓਨਾ ਹੀ ਜ਼ਿਆਦਾ ਮਨੋਰੰਜਨ ਦਾ ਸਾਧਨ ਵਿਕਸਿਤ ਹੋ ਰਿਹਾ ਹੈ। ਨਵੇਂ ਤੋਂ ਨਵੇਂ ਮਨੋਰੰਜਨ ਦੇ ਸਾਧਨ ਦੇਖੋ ਤੁਸੀਂ। ਫਿਰ ਜਿਨ੍ਹਾਂ ਨੂੰ ਪੁਰਾਣੇ ਸਮਿਆਂ ਦੇ ਵਿੱਚ ਮਨੋਰੰਜਨ ਕਰਨ ਵਾਲਿਆਂ ਨੂੰ ਵੈਸ਼ਿਆ ਕਿਹਾ ਜਾਂਦਾ ਸੀ, ਸਮਝਿਆ ਜਾਂਦਾ ਸੀ, ਉਹਨਾਂ ਨੂੰ ਅਜੋਕੇ ਸਮੇਂ 'ਚ ਸ੍ਰੇਸ਼ਟਤਮ ਸਮਝਿਆ ਜਾਂਦਾ ਹੈ, ਬਲਕਿ ਉਹਨਾਂ ਦੇ ਭਗਤ ਹਨ। ਦੇਖੋ ਕਮਾਲ ਦੀ ਗੱਲ। ਜਿਵੇਂ ਪੁਰਾਣੇ ਸਮਿਆਂ 'ਚ ਭੰਡ ਹੁੰਦੇ ਸਨ, ਰਾਜਿਆਂ ਦੇ ਦਰਬਾਰਾਂ ਦੇ ਵਿੱਚ ਮਰਾਸੀ ਹੁੰਦੇ ਸਨ, ਨਕਲਚੀ ਹੁੰਦੇ ਸਨ, ਨੱਚਣ ਗਾਉਣ ਵਾਲੀਆਂ ਇਸਤਰੀਆਂ ਰੱਖੀਆਂ ਹੁੰਦੀਆਂ ਸਨ, ਤਾਂ ਉਹਨਾਂ ਦਾ ਬਹੁਤਾ ਸਤਿਕਾਰ ਨਹੀਂ ਸੀ। ਠੀਕ ਹੈ, ਆਪਣੀ ਉਪਜੀਵਿਕਾ ਵਾਸਤੇ ਉਹਨਾਂ ਨੇ ਇਹ ਧੰਦਾ ਚੁਣਿਆ ਹੈ। ਪਰ ਅਜੋਕੇ ਸਮੇਂ 'ਚ ਸਭ ਤੋਂ ਜ਼ਿਆਦਾ ਸਤਿਕਾਰ ਇਹਨਾਂ ਕਲਾਕਾਰਾਂ ਦਾ ਹੀ ਹੈ, ਨੱਚਣ ਗਾਉਣ ਵਾਲਿਆਂ ਦਾ। ਜ਼ਿਆਦਾ ਦੌਲਤ ਸ਼ੋਹਰਤ ਇਹਨਾਂ ਨੂੰ ਮਿਲ ਰਹੀ ਹੈ। ਐਸਾ ਕਿਉਂ ਹੋ ਗਿਆ? ਇਸੇ ਕਰਕੇ ਹੋ ਗਿਆ ਵੀ ਆਦਮੀ ਮਨੋਰੰਜਨ ਜ਼ਿਆਦਾ ਚਾਹੁੰਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਭੁੱਖ ਮਿਟਾਉਂਦਾ ਸੀ ਨਾ ਕਿਸਾਨ ਜ਼ਿਮੀਂਦਾਰ, ਉਹਨੂੰ ਮਹਾਨ ਸਮਝਿਆ ਜਾਂਦਾ ਸੀ ਵੀ ਪੇਟ ਦੀ ਭੁੱਖ ਮਿਟਾਉਂਦਾ ਹੈ। ਜਿਹੜਾ ਅੰਨ ਦਿੰਦਾ ਸੀ ਨਾ ਉਹਦਾ ਸਤਿਕਾਰ ਹੁੰਦਾ ਸੀ ਵੀ ਸਰੀਰ ਨੂੰ ਦੀ ਭੁੱਖ ਮਿਟਾਉਣ ਵਾਲਾ ਹੈ, ਇਹ ਮਹਾਨ ਹੈ। ਪਰ ਅਜੋਕੇ ਸਮੇਂ 'ਚ ਸਰੀਰ ਦੀ ਭੁੱਖ ਤਾਂ ਬਹੁਤਿਆਂ ਨਹੀਂ ਮਿਟ ਗਈ ਅਤੇ ਹੁਣ ਗੱਲ ਬਦਲ ਗਈ ਹੈ। ਹੁਣ ਮਾਨਸਿਕ ਭੁੱਖ ਮਿਟਾਉਣ ਵਾਲੇ ਨੂੰ ਮਹਾਨ ਸਮਝਿਆ ਜਾਂਦਾ ਹੈ ਅਤੇ ਮਾਨਸਿਕ ਭੁੱਖ ਇੱਕੋ ਹੀ ਇੱਕ ਸਾਰਿਆਂ ਨੂੰ ਵੱਡੀ ਬਣ ਚੁੱਕੀ ਹੈ, ਉਹ ਹੈ ਮਨੋਰੰਜਨ। ਅਤੇ ਮਨੋਰੰਜਨ ਪੈਦਾ ਹੀ ਹੋ ਰਿਹਾ ਹੈ ਵੀ ਆਦਮੀ ਊਬ ਰਿਹਾ ਹੈ। ਬੋਰਿੰਗ ਤੋਂ ਮਨੋਰੰਜਨ ਪੈਦਾ ਹੁੰਦਾ ਹੈ। ਅਗਰ ਘਰ ਬੈਠਾ ਬੈਠਾ ਆਦਮੀ ਬੋਰ ਨਾ ਹੋਵੇ, ਆਰਾਮ ਨਾਲ ਬੈਠਾ ਰਹੇ, ਕੁਛ ਲੈਣਾ ਦੇਣਾ ਨਹੀਂ ਹੈ, ਤਾਂ ਉਹਨੂੰ ਮਨੋਰੰਜਨ ਦੀ ਕੀ ਲੋੜ ਹੈ। ਪਰ ਅਜੋਕੇ ਸਮੇਂ 'ਚ ਦੇਖੋ ਕੋਈ ਵਿਹਲਾ ਬੈਠ ਹੀ ਨਹੀਂ ਸਕਦਾ ਥੋੜ੍ਹੀ ਦੇਰ ਵਾਸਤੇ ਵੀ। ਇੱਕਦਮ ਟੈਲੀਫੋਨ ਚੱਕ ਲਵੇਗਾ ਜਾਂ TV ਔਨ ਕਰੇਗਾ ਜਾਂ ਕੁਛ ਨਾ ਕੁਛ ਉਹਨੂੰ ਚਾਹੀਦਾ ਹੈ ਮਨ ਨੂੰ ਉਲਝਾਉਣ ਵਾਸਤੇ। ਮਨ ਇੱਕ ਛਿਣ ਵਾਸਤੇ ਵੀ ਸ਼ਾਂਤ ਨਹੀਂ ਬੈਠ ਸਕਦਾ, ਇੰਨਾ ਤੇਜ਼ ਹੋ ਗਿਆ ਹੈ। ਮਨ ਤੇਜ਼ ਹੋ ਰਿਹਾ ਹੈ, ਮਨ ਦੀ ਸਪੀਡ ਵੱਧ ਰਹੀ ਹੈ ਅਤੇ ਜਿੰਨੀ ਵੱਧ ਰਹੀ ਹੈ ਨਾ ਉਸ ਹਿਸਾਬ ਨਾਲ ਆਦਮੀ ਜ਼ਿਆਦਾ ਵਿਸ਼ਿਪਤ ਹੋਵੇਗਾ, ਕਿਉਂਕਿ ਮਨੋਰੰਜਨ ਕਰ ਕਰਕੇ ਵੀ ਮਨੋਰੰਜਨ ਨਹੀਂ ਹੋਵੇਗਾ ਅੱਗੇ ਤੋਂ ਅੱਗੇ। ਦੇਖਿਓ ਤੁਸੀਂ, ਅਤੇ ਜ਼ਿਆਦਾ ਬਿਮਾਰੀਆਂ ਇਸ ਬੋਰਿੰਗ ਤੋਂ ਪੈਦਾ ਹੁੰਦੀਆਂ ਹਨ, ਮਾਨਸਿਕ ਸਰੀਰਿਕ ਵੀ। ਜ਼ਿਆਦਾਤਰ ਬਿਮਾਰੀਆਂ ਮਾਨਸਿਕ ਹੀ ਹਨ। ਬੋਰ ਹੋਣਾ ਜਾਂ ਅੱਕ ਜਾਣਾ ਆ ਧਾਰਮਿਕ ਦੀ ਨਿਸ਼ਾਨੀ ਹੈ।
ਜਿੰਨਾ ਆਦਮੀ ਧਾਰਮਿਕ ਹੁੰਦਾ ਗਿਆ ਨਾ, ਓਨਾ ਹੀ ਆਦਮੀ ਸ਼ਾਂਤ ਬੈਠੇਗਾ ਅਤੇ ਬੋਰ ਨਹੀਂ ਹੋਵੇਗਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਅਗਰ ਕੋਈ ਸ਼ਾਂਤ ਬੈਠਾ ਹੋਇਆ ਹੈ ਤਾਂ ਉਹਨੂੰ ਕੋਈ ਮਨੋਰੰਜਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ, ਨਾ ਹੀ ਉਹ ਬੋਰ ਹੋ ਰਿਹਾ ਹੈ, ਨਾ ਊਬ ਰਿਹਾ ਹੈ, ਨਾ ਹੀ ਅੱਕ ਰਿਹਾ ਹੈ। ਅਤੇ ਸਮਝ ਲੈਣਾ ਚਾਹੀਦਾ ਹੈ ਵੀ ਉਹ ਧਾਰਮਿਕ ਹੋ ਰਿਹਾ ਹੈ। ਉਹਨੂੰ ਹੁਣ ਕਿਸੇ ਵੀ ਬਾਹਰੀ ਇੰਸਟਰੂਮੈਂਟ ਦੀ ਲੋੜ ਨਹੀਂ ਹੈ ਮਨ ਨੂੰ ਖੁਸ਼ ਕਰਨ ਵਾਸਤੇ। ਉਹਨੂੰ ਅੰਦਰੋਂ ਹੀ ਕੁਛ ਆਨੰਦ ਅਤੇ ਖੁਸ਼ੀ ਮਿਲਣ ਲੱਗ ਪਈ ਹੈ, ਕਿਉਂਕਿ ਬਾਹਰਲੀ ਤਾਂ ਉਧਾਰ ਹੈ ਨਾ, ਮਨੋਰੰਜਨ ਤਾਂ ਉਧਾਰ ਹੈ, ਮਿਲਿਆ ਨਾ ਮਿਲਿਆ। ਪਰ ਅੰਦਰਲਾ ਜਿਹੜਾ ਹੈ ਰਸ, ਬਾਹਰਲੇ ਰਸ ਤੇ ਉਧਾਰ ਹਨ, ਅੰਦਰਲਾ ਆਪਣਾ ਹੈ। ਸ਼ਾਂਤੀ ਦਾ ਰਸ, ਸਹਿਜਤਾ ਦਾ ਆਨੰਦ। ਅਤੇ ਜਿਹਨੂੰ ਇਹ ਮਿਲ ਰਿਹਾ ਹੈ ਉਹਨੂੰ ਮਨੋਰੰਜਨ ਦੇ ਕਿਸੇ ਵੀ ਇੰਸਟਰੂਮੈਂਟ ਦੀ ਲੋੜ ਨਹੀਂ ਹੈ, ਕਿਉਂਕਿ ਉਹ ਬੋਰ ਨਹੀਂ ਹੋ ਰਿਹਾ ਹੈ। ਜਿਹੜਾ ਬੋਰ ਹੋ ਰਿਹਾ ਹੈ ਉਹਨੂੰ ਮਨੋਰੰਜਨ ਦੀ ਲੋੜ ਹੈ ਨਾ। ਫਿਰ ਤੁਸੀਂ ਹੋਰ ਧਾਰਮਿਕ ਸਥਾਨਾਂ 'ਤੇ, ਡੇਰਿਆਂ 'ਚ ਜਾਂ ਆਸ਼ਰਮਾਂ 'ਤੇ ਤੁਸੀਂ ਇੰਨਾ ਸੰਤੁਸ਼ਟ, ਇੰਨੇ ਨਿਸ਼ਚਿੰਤ ਨਾ ਦੇਖੋਗੇ। ਉਹਦਾ ਵੀ ਇਹ ਕਾਰਨ ਹੈ ਕਿ ਮੈਂ ਸੁਤੰਤਰਤਾ ਦਿੰਦਾ ਹਾਂ। ਹੋਰ ਧਾਰਮਿਕ ਸਥਾਨਾਂ ਦੇ ਉੱਪਰ ਕੁਛ ਨਿਯਮ ਹੁੰਦੇ ਹਨ ਅਤੇ ਉੱਥੇ ਰਹਿਣ ਵਾਲੇ ਸਾਧੂਆਂ ਨੂੰ ਨਿਯਮ ਪਾਲਣੇ ਪੈਂਦੇ ਹਨ। ਉਹਨਾਂ ਧਾਰਮਿਕ ਲੋਕਾਂ ਨੂੰ ਨਿਯਮਬੱਧ ਤਰੀਕੇ ਦੇ ਨਾਲ ਚੱਲਣਾ ਪੈਂਦਾ ਹੈ। ਜਿਵੇਂ ਕੋਈ ਹਿੰਦੂ ਹੈ ਅਤੇ ਹਿੰਦੂ ਪਾਠ ਪੂਜਾ ਜੋ ਕਰਦੇ ਹਨ ਉਹ ਕਰਨਾ ਪਵੇਗਾ, ਸ਼ਾਮ ਨੂੰ ਆਰਤੀ ਕਰਨੀ ਪਵੇਗੀ। ਇੱਦਾਂ ਹੀ ਸਿੱਖਾਂ ਦੇ ਵਿੱਚ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਗੁਰਦੁਆਰੇ ਜਾਣਾ ਹੈ, ਫਿਰ ਪਾਠ ਕਰਨਾ ਹੈ, ਨਿਤਨੇਮ ਕਰਨਾ ਹੈ। ਤਾਂ ਉਹਨਾਂ ਦੇ ਨਿਯਮ ਹਨ। ਇੱਦਾਂ ਹੀ ਮੁਸਲਮਾਨਾਂ ਦੇ ਹਨ ਅਤੇ ਹੋਰ ਧਾਰਮਿਕ ਲੋਕਾਂ ਦੇ ਨਿਯਮ ਅਲੱਗ-ਅਲੱਗ ਹਨ। ਅਤੇ ਉਹਨਾਂ ਨਿਯਮਾਂ ਨੂੰ ਕਰਨ ਵਾਲੇ ਊਬ ਜਾਂਦੇ ਹਨ, ਕਿਉਂਕਿ ਉਹ ਜ਼ਬਰਦਸਤੀ ਕਰਨੇ ਹੀ ਪੈਂਦੇ ਹਨ ਉੱਥੇ ਰਹਿਣ ਵਾਲਿਆਂ ਨੂੰ। ਇਸ ਕਰਕੇ ਅਤੇ ਕਈ ਤਾਂ ਬਹੁਤ ਮਜਬੂਰੀ ਨਾਲ ਰਹਿੰਦੇ ਹਨ ਵੀ ਕੀ ਕਰਨਾ, ਹੁਣ ਕਿਤੇ ਜਾ ਵੀ ਨਹੀਂ ਸਕਦੇ। ਪਰ ਇੱਥੇ ਸ਼ਾਂਤ ਵੇਲੇ ਰਹਿਣ ਵਾਲਿਆਂ ਨੂੰ ਮੈਂ ਕੋਈ ਵੀ ਨਿਯਮ ਨਹੀਂ ਦਿੰਦਾ। ਮੈਂ ਬਿਲਕੁਲ ਸੁਤੰਤਰ ਕਰਦਾ ਹਾਂ, ਬਲਕਿ ਮੈਂ ਇੱਥੋਂ ਤੱਕ ਸੁਤੰਤਰਤਾ ਦਿੱਤੀ ਹੈ ਵੀ ਜਦੋਂ ਵੀ ਤੁਹਾਡਾ ਚਿੱਤ ਕਰੇ ਜਾਣ ਨੂੰ ਇੱਥੋਂ, ਉਸੇ ਵੇਲੇ ਚਲੇ ਜਾਓ। ਬਿਲਕੁਲ ਪੁੱਛਣ ਦੀ ਲੋੜ ਨਹੀਂ ਹੈ, ਮੈਂ ਨਾਰਾਜ਼ ਨਹੀਂ ਹੋਵਾਂਗਾ। ਤੁਸੀਂ ਸੁਤੰਤਰ ਹੋ। ਅਗਰ ਤੁਹਾਡਾ ਫਿਰ ਵਾਪਸ ਸੰਸਾਰ ਵਿੱਚ ਜਾਣ ਨੂੰ ਚਿੱਤ ਕਰਦਾ ਹੈ ਨਾ, ਜਾਓ। ਮੈਂ ਤਾਂ ਜ਼ਿਆਦਾਤਰ ਇਹੋ ਕਹਿੰਦਾ ਹਾਂ ਹਰ ਇੱਕ ਨੂੰ ਹੀ ਵੀ ਅਗਰ ਤੁਹਾਡਾ ਚਿੱਤ ਕਰਦਾ ਹੈ ਸੰਸਾਰ ਵਿੱਚ ਕੁਛ ਪਾਉਣ ਨੂੰ, ਕੁਛ ਹੋਣ ਨੂੰ, ਜਾਂ ਕੁਛ ਰਸ ਰਹਿ ਗਿਆ ਹੈ ਤਾਂ ਉਹਨੂੰ ਪੂਰਾ ਕਰ ਲਓ, ਭੋਗ ਲਓ, ਛੇਤੀ ਜਾਓ। ਤਾਂ ਕਿ ਤੁਸੀਂ ਜਿੰਨੀ ਛੇਤੀ ਜਾਓਗੇ, ਨਰਕ ਨੂੰ ਭੋਗ ਲਓਗੇ, ਉਹਨਾਂ ਛੇਤੀ ਵਾਪਸ ਆ ਜਾਓਗੇ ਨਾ। ਸੰਸਾਰ ਦੇ ਵਿੱਚ ਜਾਣਾ ਨਰਕ 'ਚ ਹੀ ਜਾਣਾ ਹੈ ਅਤੇ ਛੇਤੀ ਵਾਪਸ ਆ ਜਾਓਗੇ। ਅਕਸਰ ਮੈਂ ਨੌਜਵਾਨਾਂ ਨੂੰ ਵੀ ਕਹਿੰਦਾ, ਇੱਕ ਮੇਰੇ ਕੋਲ ਨੌਜਵਾਨ ਆਉਂਦਾ ਹੁੰਦਾ ਹੈ, ਉਹਦਾ ਪਿਤਾ ਸ਼ਾਂਤ ਵੇਲੇ ਰਹਿੰਦਾ ਹੈ ਅਤੇ ਮੈਂ ਉਹਨੂੰ ਕਿਹਾ ਤੂੰ ਜਿੰਨਾ ਸੰਸਾਰ ਦੇ ਵਿੱਚ ਛੇਤੀ ਜਾਵੇਂਗਾ ਓਨਾ ਛੇਤੀ ਵਾਪਸ ਆ ਜਾਏਗਾ, ਕਿਉਂਕਿ ਉਹ ਹਾਲੇ ਵਿਆਹ ਨਹੀਂ ਸੀ ਕਰਾਉਣਾ ਚਾਹੁੰਦਾ। ਅਤੇ ਸ਼ਾਦੀ ਸੰਸਾਰ ਦੇ ਵਿੱਚ ਜਾਣਾ ਹੈ, ਅਸਲੀ ਸੰਸਾਰ ਦਾ ਅਨੁਭਵ ਹੁੰਦਾ ਹੈ, ਵਾਸਤਵਿਕਤਾ ਦਾ ਪਤਾ ਲੱਗਦਾ ਹੈ, ਆਦਮੀ ਭੋਗਦਾ ਹੈ, ਜਾਣਦਾ ਹੈ। ਅਤੇ ਜਿਹੜਾ ਜਾਣ ਲਵੇ ਉਹ ਛੇਤੀ ਫਿਰ ਬਾਹਰ ਆ ਜਾਂਦਾ ਹੈ, ਅਤੇ ਛੇਤੀ ਜਿਹੜਾ ਜਾਣੇਗਾ ਉਹ ਛੇਤੀ ਆਵੇਗਾ ਨਾ। ਅਤੇ ਜਿਹੜਾ ਮੇਰੇ ਤੋਂ ਉਲਟ ਵੀ ਜਾਂਦਾ ਹੈ, ਮੈਂ ਨਾਰਾਜ਼ ਥੋੜ੍ਹੀ ਹੁੰਦਾ, ਨਹੀਂ, ਮੈਂ ਕਹਿੰਦਾ ਹਾਂ ਜਾਓ, ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੈ, ਫਿਰ ਤੁਸੀਂ ਮੁੜੋਗੇ, ਕਦੇ ਨਾ ਕਦੇ ਯਾਦ ਆਊਗੀ ਅਤੇ ਮੁੜ ਆਓਗੇ, ਸਗੋਂ ਜ਼ਿਆਦਾ ਵਧੀਆ ਹੋਊਗਾ। ਅਤੇ ਅਗਰ ਸੰਸਾਰ ਦੇ ਹੀ ਪਿਆਸ ਵਾਸ਼ਨਾ ਕੋਈ ਰਹਿ ਗਈ ਨਾ, ਫਿਰ ਤੁਸੀਂ ਇੱਧਰ ਨਹੀਂ ਕਾਮਯਾਬ ਹੋ ਸਕਦੇ। ਇਸ ਕਰਕੇ ਮੈਂ ਸੁਤੰਤਰ ਰਹਿਣ ਵਾਸਤੇ ਕਹਿੰਦਾ, ਤੁਸੀਂ ਮੇਰੇ ਗੁਲਾਮ ਥੋੜ੍ਹੀ ਹੋ। ਗੁਲਾਮੀ ਸਮਰਪਣ ਥੋੜ੍ਹੀ ਹੁੰਦੀ ਹੈ, ਖਿਆਲ ਗੁਲਾਮ ਸਮਰਪਿਤ ਥੋੜ੍ਹੀ ਹੁੰਦਾ ਹੈ।
ਜਿਵੇਂ ਕੋਈ ਸੈਨਾ ਦੇ ਵਿੱਚ ਭਰਤੀ ਹੁੰਦਾ ਹੈ ਫੌਜੀ, ਉਹਨੂੰ ਅਫਸਰਾਂ ਦਾ ਕਹਿਣਾ ਮੰਨਣਾ ਪੈਂਦਾ ਹੈ। ਉਹ ਕੋਈ ਸਮਰਪਣ ਥੋੜ੍ਹੀ ਮੰਨਣਾ ਪੈਂਦਾ ਹੈ। ਸਮਰਪਣ ਹੁੰਦਾ ਹੈ ਪ੍ਰੇਮ ਵਿੱਚ, ਅਤੇ ਪ੍ਰੇਮ ਆਉਂਦਾ ਹੈ ਸੁਤੰਤਰਤਾ ਤੋਂ। ਜਿਵੇਂ ਤੁਸੀਂ ਜਿਹਦੇ ਨਾਲ ਪ੍ਰੇਮ ਕਰਦੇ ਹੋ, ਉਹ ਤੁਹਾਨੂੰ ਕੁਛ ਨਾ ਕਵੇ ਤਾਂ ਵੀ ਤੁਸੀਂ ਬਹੁਤ ਕੁਛ ਕਰਨ ਨੂੰ ਤਤਪਰ ਹੁੰਦੇ ਹੋ, ਬਲਕਿ ਦੇਖਦੇ ਰਹਿੰਦੇ ਹੋ ਵੀ ਕੁਛ ਨਾ ਕੁਛ ਤਾਂ ਕਹਿਣ। ਇਉਂ ਹੀ ਸੇਵਾ ਖੁਸ਼ੀ ਖੁਸ਼ੀ ਹੁੰਦੀ ਹੈ, ਅਤੇ ਸੇਵਾ ਦੇ ਵਿੱਚ ਊਬ ਨਹੀਂ ਹੁੰਦੀ ਹੈ, ਨਾ ਹੀ ਥਕੇਵਾਂ ਹੁੰਦਾ ਹੈ। ਜਿਵੇਂ ਪੁਰਾਣੇ ਸਮੇਂ 'ਚ ਸਾਰੀ ਸਾਰੀ ਦਿਹਾੜੀ ਸਿੱਖ ਟੁਕਰੀਆਂ ਢੋਂਦੇ ਰਹਿੰਦੇ ਸਨ। ਗੁਰੂ ਅਮਰਦਾਸ ਜੀ ਸਾਰੀ ਦਿਹਾੜੀ ਪਾਣੀ ਢੋਂਦੇ ਰਹਿੰਦੇ ਰਾਤ ਤੱਕ, ਥੱਕਦੇ ਥੋੜ੍ਹੀ। ਉਹ ਮਜਬੂਰੀ ਨਾਲ ਥੋੜ੍ਹੀ ਕਰ ਰਹੇ ਸੀ ਵੀ ਕਰਨੀ ਪੈ ਰਹੀ ਹੈ, ਕੀ ਕਰੀਏ, ਪਾਣੀ ਢੋਣਾ ਪੈ ਰਿਹਾ। ਨਹੀਂ, ਉਹ ਤਾਂ ਇੰਨੇ ਪ੍ਰੇਮ ਦੇ ਵਿੱਚ ਹੀ ਚਾਈਂ ਚਾਈਂ ਕਰ ਰਹੇ ਸੀ। ਜਿਹੜਾ ਚਾਈਂ ਚਾਈਂ ਕਰਦਾ ਉਹ ਥੋੜ੍ਹੀ ਥੱਕਦਾ ਹੈ, ਨਾ ਹੀ ਉਹ ਅੱਕਦਾ ਹੈ, ਕਿਉਂਕਿ ਉਹਨੂੰ ਖੁਸ਼ੀ ਮਿਲਦੀ ਹੈ ਆਪਣੇ ਪਿਆਰੇ ਦੀ ਸੇਵਾ ਕਰਕੇ। ਉਹ ਹੀ ਸਮਰਪਿਤ ਹੋ ਜਾਂਦਾ ਹੈ, ਅਤੇ ਜਿਹੜਾ ਸਮਰਪਿਤ ਹੋ ਜਾਂਦਾ ਹੈ ਉਹ ਰਜਾ ਦੇ ਵਿੱਚ ਆ ਜਾਂਦਾ ਹੈ, ਉਹ ਰਾਜੀ ਹੋ ਜਾਂਦਾ ਹੈ। ਅਤੇ ਜਿਹੜਾ ਰਾਜੀ ਹੋ ਗਿਆ ਉਹ ਫਿਰ ਕਦੇ ਬੋਰ ਨਹੀਂ ਹੁੰਦਾ ਹੈ, ਉਹ ਫਿਰ ਕਦੇ ਅੱਕਦਾ ਨਹੀਂ। ਨਾਨਕ, ਜਿਹੜਾ ਨਹੀਂ ਅੱਕਦਾ ਉਹ ਹੀ ਤਾਂ ਨਾਨਕ ਹੈ। ਜਿਹੜਾ ਰੋਜ਼ ਹੀ ਤੁਰਿਆ ਜਾਂਦਾ ਉਜਾੜ ਵੱਲ ਨੂੰ, ਜੰਗਲ ਵੱਲ ਨੂੰ, ਸ਼ਾਮ ਨੂੰ ਵਾਪਸ ਆਉਂਦਾ ਹੈ, ਰੋਜ਼ ਹੀ ਉਹ ਇਹੀ ਕੰਮ, ਅੱਕਦਾ ਹੀ ਨਹੀਂ ਹੈ। ਨਾ ਹੀ ਕਿਤੇ ਜਾਂਦਾ, ਨਾ ਕਿਤੇ ਪ੍ਰੋਗਰਾਮ 'ਤੇ, ਨਾ ਕਿਤੇ। ਕਿਉਂਕਿ ਜਿਹੜਾ ਅੱਕੇਗਾ ਨਾ ਉਹ ਕਿਸੇ ਦਿਨ ਕਿਤੇ ਪ੍ਰੋਗਰਾਮ 'ਤੇ ਵੀ ਜਾਵੇਗਾ, ਉਹ ਭਾਵੇਂ ਧਾਰਮਿਕ ਪ੍ਰੋਗਰਾਮ 'ਤੇ ਵੀ ਜਾਵੇ, ਉੱਥੇ ਵੀ ਮਨੋਰੰਜਨ ਹੀ ਹੁੰਦਾ ਹੈ। ਇੱਧਰ ਮਨੋਭੰਜਨ ਹੁੰਦਾ ਹੈ, ਅਤੇ ਜਿਹਦਾ ਮਨੋਭੰਜਨ ਹੋ ਗਿਆ, ਮਨ ਹੀ ਮਰ ਗਿਆ, ਫਿਰ ਉਹ ਨਾ ਬੋਰ ਹੁੰਦਾ ਹੈ ਨਾ ਅੱਕਦਾ ਹੈ। ਉਹ ਹੈ ਨਾਨਕ।